हाँ जी राजे, आप अज की वीडियो के विच तीनों मैथड करांगे जो अपनी नैशनल इनकम दे ने। तो उहदे नाल आपां किवें नैशनल इनकम किवें कैलकुलेट करी दी है। तो पहला मैथड हैगा जी वैल्यू एडिड। हुण उसदे कंपोनेंट देखो, पहला हैगा जी वैल्यू ऑफ आउटपुट माइनस इंटरमीडिएट कंजम्पशन। ये मेन फार्मूला जे आपां नूं चेंज इन स्टॉक दिता होऊगा तो आपां इहदे विच की कर दांगे, वो एड अप कर दांगे जो अपना की होऊगा चेंज इन स्टॉक होऊगा। जदों आपां इह फार्मूला अप्लाई करदे आ तां जिहड़ी अपने कोल वैल्यू आउंदी है वो किहड़ी आउंदी है, जीडीपी एट मार्केट प्राइस आउंदी है। ਹੁਣ ਕਈ ਵਾਰ ਇਸ ਤੋਂ ਇਲਾਵਾ ਆਪਾਂ ਨੂੰ ਹੋਰ ਕੰਪੋਨੈਂਟ ਵੀ ਦਿੱਤੇ ਹੁੰਦੇ ਨੇ ਜਿਸ ਕਰਕੇ ਆਪਾਂ ਨੂੰ ਕਨਫਿਊਜ਼ਨ ਹੋ ਜਾਂਦੀ ਆ। ਤਾਂ ਵੈਲਿਊ ਆਫ ਆਊਟਪੁੱਟ ਦੀ ਜਗ੍ਹਾ ਤੇ ਆਪਾਂ ਨੂੰ ਕੀ ਆ, ਸੇਲਜ਼ ਵੀ ਲਿਖਿਆ ਹੋ ਸਕਦਾ। ਜੋ ਇੰਟਰਮੀਡੀਏਟ ਕੰਜ਼ੰਪਸ਼ਨ ਆ ਵੀ ਜੋ ਆਪਾਂ ਰॉ ਮਟੀਰੀਅਲ ਪਰਚੇਸ ਕਰ ਰਹੇ ਆ ਉਹਦੀ ਜਗ੍ਹਾ ਤੇ ਆਪਾਂ ਨੂੰ ਕੀ ਆ, ਪਰਚੇਜ਼ਸ ਵੀ ਦਿੱਤੀਆਂ ਹੋ ਸਕਦੀਆਂ ਨੇ ਜੋ ਆਪਣੇ ਰॉ ਮਟੀਰੀਅਲ ਪਰਚੇਸ ਕਰਿਆ ਹੋਊਗਾ। ਜੇ ਚੇਂਜ ਇਨ ਸਟਾਕ ਦਿੱਤਾ ਹੋਇਆ ਆਪਾਂ ਐਡ ਕਰ ਦਾਂਗੇ। ਜੇ ਚੇਂਜ ਇਨ ਸਟਾਕ ਨਹੀਂ ਗਿਵਨ ਹੈਗਾ ਤਾਂ ਆਪਾਂ ਸੇਲ ਦੇ ਵਿੱਚੋਂ ਸਿਰਫ ਕੀ ਮਾਈਨਸ ਕਰ ਦੇਣਾ ਪਰਚੇਜ ਨੂੰ। ਤਾਂ ਵੀ ਆਪਣੇ ਕੋਲ ਜੋ ਵੈਲਿਊ ਆਊਗੀ ਕੀ ਆਊਗੀ, ਜੀਡੀਪੀ ਐਟ ਮਾਰਕੀਟ ਪ੍ਰਾਈਸ ਆਊ। ਉਸ ਤੋਂ ਬਾਅਦ ਕਈ ਵਾਰ ਆਪਾਂ ਨੂੰ ਡੋਮੈਸਟਿਕ ਸੇਲਜ਼ ਲਿਖੀ ਹੋਈ ਆ। ਹੁਣ ਜਿਹੜੀਆਂ ਆਪਾਂ ਇੰਡੀਆ ਦੇ ਵਿੱਚ ਗੁੱਡਸ ਪ੍ਰੋਡਿਊਸ ਕਰਦੇ ਆ ਉਹ ਆਪਾਂ ਇੰਡੀਆ ਦੇ ਵਿੱਚ ਤਾਂ ਸੇਲ ਕਰਦੇ ਹੀ, ਆਪਾਂ ਐਕਸਪੋਰਟ ਵੀ ਕਰਦੇ ਆ, ਤਾਂ ਆਪਣੀ ਟੋਟਲ ਸੇਲ ਹੋਊਗੀ। ਤਾਂ ਇਸ ਕਰਕੇ ਇਹਦੇ ਵਿੱਚ ਆਪਾਂ ਐਕਸਪੋਰਟਸ ਵੀ ਕੀ ਕਰਾਂਗੇ, ਐਡ ਕਰ ਦਾਂਗੇ। ਉਸ ਤੋਂ ਬਾਅਦ ਜੋ ਆਪਣਾ ਪਰਚੇਜ ਆ, ਜੋ ਇੰਟਰਮੀਡੀਏਟ ਗੁੱਡਸ ਹੁੰਦੀਆਂ ਨੇ ਜਾਂ ਆਪਣੀ ਇੰਟਰਮੀਡੀਏਟ ਕੰਜ਼ੰਪਸ਼ਨ ਆ ਜਿਹੜਾ, ਉਹਦੀ ਜਗ੍ਹਾ ਤੇ ਆਪਾਂ ਨੂੰ ਕੀ ਦਿੱਤਾ ਹੋ ਸਕਦਾ, ਸਿੰਗਲ ਯੂਜ਼ ਪ੍ਰੋਡਿਊਸਰ ਗੁੱਡਸ। ਇਹ ਕਿਹੜੀਆਂ ਹੁੰਦੀਆਂ ਨੇ, ਜੋ ਆਪਣਾ ਰॉ ਮਟੀਰੀਅਲ ਹੁੰਦਾ ਜੋ ਇੱਕ ਵਾਰ ਯੂਜ਼ ਹੁੰਦਾ, ਬਾਰ-ਬਾਰ ਯੂਜ਼ ਨਹੀਂ ਹੁੰਦਾ ਹੈਗਾ। ਉਸ ਤੋਂ ਬਾਅਦ ਆ ਗਿਆ ਜਿਹੜੀ ਆਪਣੀ ਸੇਲਜ਼ ਆ ਉਹ ਆਪਾਂ ਨੂੰ ਡਾਇਰੈਕਟ ਨਹੀਂ ਗਿਵਨ ਹੁੰਦੀ, ਉਹਦੀ ਜਗ੍ਹਾ ਤੇ ਕੀ ਲਿਖਿਆ ਹੁੰਦਾ, ਨੰਬਰ ਆਫ ਯੂਨਿਟ ਸੋਲਡ। ਜਿੰਨੇ ਵੀ ਨੰਬਰ ਆਪਾਂ ਨੇ ਸੇਲ ਕਰੇ ਨੇ ਯੂਨਿਟ ਦੇ ਮਲਟੀਪਲਾਈ ਕਰ ਦਾਂਗੇ ਪ੍ਰਾਈਸ, ਵੀ ਇੱਕ ਯੂਨਿਟ ਦਾ ਕਿੰਨਾ ਪ੍ਰਾਈਸ ਆ ਜਿਵੇਂ, ਤੇ ਮਾਈਨਸ ਪਰਚੇਜ। ਤਾਂ ਉਸ ਤੋਂ ਬਾਅਦ ਇੱਥੇ ਆਪਾਂ ਨੂੰ ਕੀ ਹੈ, ਇੰਟਰਮੀਡੀਏਟ ਕੰਜ਼ੰਪਸ਼ਨ ਵੀ ਦਿੱਤੀ ਹੋ ਸਕਦੀ ਆ, ਸਿੰਗਲ ਯੂਜ਼ ਪ੍ਰੋਡਿਊਸਰ ਗੁੱਡਸ ਵੀ ਹੋ ਸਕਦੇ ਨੇ। ਕਿ ਸਾਰੇ ਸੇਮ ਕਨਸੈਪਟ ਹੀ ਨੇ ਜੋ ਆਪਣਾ ਰॉ ਮਟੀਰੀਅਲ ਹੁੰਦਾ। ਤਾਂ ਹੁਣ ਦੇਖੋ ਇਹਦੀ ਹੈਲਪ ਦੇ ਨਾਲ ਆਪਾਂ ਕਿਵੇਂ ਨੈਸ਼ਨਲ ਇਨਕਮ ਕੈਲਕੂਲੇਟ ਕਰ ਸਕਦੇ, ਜਿਹਨੂੰ ਆਪਾਂ ਕੀ ਕਹਿੰਦੇ ਆ, ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ। ਹੁਣ ਵੈਲਿਊ ਆਫ ਆਊਟਪੁੱਟ ਆਪਾਂ ਨੂੰ ਕੀ ਆ ਦਿੱਤੀ ਹੈ, ਕਰੋੜ ਦੇ ਵਿੱਚ ਲਿਖੇ ਹੋਏ ਨੇ ਵੈਲਿਊਜ਼ 800, ਤੇ ਜਿਹੜਾ ਸਿੰਗਲ ਯੂਜ਼ ਪ੍ਰੋਡਿਊਸਰ ਗੁੱਡਸ ਨੇ ਉਹ 200 ਨੇ, ਬਾਕੀ ਕੰਪੋਨੈਂਟ ਆਪਾਂ ਨੂੰ ਗਿਵਨ ਨੇ। ਤਾਂ ਹੁਣ ਦੇਖੋ ਪਹਿਲਾ ਫਾਰਮੂਲਾ ਲਗਾਓ। ਹੁਣ ਜਿਹੜੇ ਆਪਣੇ ਸਾਰੋ ਕੈਂਪਾ ਜਿਹੜੇ ਆਪਣੇ ਕੰਪੋਨੈਂਟ ਨੇ, ਵੈਲਿਊ ਆਫ ਆਊਟਪੁੱਟ, ਸਿੰਗਲ ਯੂਜ਼ ਪ੍ਰੋਡਿਊਸਰ ਗੁੱਡਸ ਹੋ ਗਿਆ, ਇਹ ਕਿਸ ਦੇ ਕੰਪੋਨੈਂਟ ਨੇ, ਵੈਲਿਊ ਐਡਡ ਦੇ। ਹੁਣ ਇਹਦੇ ਥਰੂ ਆਪਾਂ ਕੈਲਕੂਲੇਟ ਕਰਾਂਗੇ ਨੈਸ਼ਨਲ ਇਨਕਮ। ਤਾਂ ਹੁਣ ਦੇਖੋ ਜੋ ਆਪਣੀ ਵੈਲਿਊ ਆਫ ਆਊਟਪੁੱਟ ਆ ਉਹ ਕਿੰਨੀ ਆਪਣੇ ਕੋਲੇ ਆ ਗਈ ਜੀ, 800, ਤੇ ਸਿੰਗਲ ਯੂਜ਼ ਪ੍ਰੋਡਿਊਸਰ ਗੁੱਡਸ ਕਿੰਨੀਆਂ ਨੇ ਆਪਣੇ ਕੋਲੇ, 200, ਮਤਲਬ ਕੀ ਆ 200। ਵੈਲਿਊ ਕਿਹੜੀ ਨੇ ਆਪਣੀਆਂ, ਕਰੋੜ ਦੇ ਵਿੱਚ ਨੇ। ਤਾਂ ਹੁਣ ਜਦੋਂ ਆਪਾਂ ਆਹ ਫਾਰਮੂਲਾ ਲਗਾਇਆ, ਠੀਕ ਹੈ ਜੀ, ਵੈਲਿਊ ਆਫ ਆਊਟਪੁੱਟ ਇੰਟਰਮੀਡੀਏਟ ਕੰਜ਼ੰਪਸ਼ਨ ਦੀ ਜਗ੍ਹਾ ਤੇ ਆਪਾਂ ਨੂੰ ਕੀ ਲਿਖਿਆ ਹੋਇਆ ਵਾ, ਸਿੰਗਲ ਯੂਜ਼ ਪ੍ਰੋਡਿਊਸਰ ਗੁੱਡਸ। ਤਾਂ ਇਹ ਮਾਈਨਸ ਕਰਕੇ ਆਪਣੇ ਕੋਲ ਵੈਲਿਊ ਕਿਹੜੀ ਆਊਗੀ, ਜੀਡੀਪੀ ਐਟ ਮਾਰਕੀਟ ਪ੍ਰਾਈਸ। ਬਟ ਆਪਾਂ ਨੇ ਕੈਲਕੂਲੇਟ ਕੀ ਕਰਨਾ ਵਾ, ਨੈਸ਼ਨਲ ਇਨਕਮ, ਜਿਹਨੂੰ ਆਪਾਂ ਕੀ ਕਹਿੰਦੇ ਆ, ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ। ਜਦੋਂ ਆਪਾਂ 800 ਦੇ ਵਿੱਚੋਂ ਜਿਹੜਾ ਆਪਣਾ 200 ਹੈ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਵੈਲਿਊ ਕਿਹੜੀ ਆ ਜਾਣੀ ਹੈ, ਜੀਡੀਪੀ ਐਟ ਮਾਰਕੀਟ ਪ੍ਰਾਈਸ। ਹੁਣ ਆਪਾਂ ਨੇ ਗ੍ਰੋਸ ਤੋਂ ਕਿਤੇ ਆਉਣਾ ਵਾ, ਨੈਟ ਤੇ ਆਉਣਾ, ਤਾਂ ਜਿਹੜੀ ਆਪਣੀ ਡੈਪਰੀਸੀਏਸ਼ਨ ਉਹ ਕੀ ਹੋ ਜਾਣੀ ਹੈ ਜੀ, ਮਾਈਨਸ ਹੋ ਜਾਣੀ ਹੈ। ਉਸ ਤੋਂ ਬਾਅਦ ਆ ਗਿਆ ਡੋਮੈਸਟਿਕ ਤੋਂ ਆਪਾਂ ਨੇ ਕਿਤੇ ਆਉਣਾ, ਨੈਸ਼ਨਲ ਤੇ ਜੋ ਆਪਣੀ ਨੈਟ ਫੈਕਟ ਇਨਕਮ ਫਰੋਮ ਅਬਰੋਡ ਆ ਉਹ ਆਪਾਂ ਕੀ ਕਰਦੇ ਹੁੰਨੇ ਆ, ਐਡ ਕਰਦੇ ਹੁੰਨੇ ਆ। ਤੋਂ ਆਪਾਂ ਨੇ 200 ਕੀ ਕਰਤਾ ਜੀ, ਐਡ ਕਰਤਾ। ਉਸ ਤੋਂ ਬਾਅਦ ਮਾਰਕੀਟ ਪ੍ਰਾਈਸ ਤੋਂ ਆਪਾਂ ਨੇ ਕਿਸ ਤੇ ਆਉਣਾ ਵਾ, ਫੈਕਟਰ ਕਾਸਟ ਤੇ। ਤਾਂ ਜਦੋਂ ਆਪਣੀ ਜਿਹੜੀ ਸਬਸਿਡੀਜ਼ ਨੇ ਉਹ ਆਪਾਂ ਕੀ ਕਰਦੇ ਹੁੰਨੇ ਆ, ਐਡ ਕਰਦੇ ਹੁੰਨੇ ਆ, ਜਦੋਂ ਆਪਾਂ ਮਾਰਕੀਟ ਪ੍ਰਾਈਸ ਤੋਂ ਫੈਕਟਰ ਕਾਸਟ ਤੇ ਆਉਣਾ। ਤੇ ਜਿਹੜੀ ਆਪਣੀ ਸਬਸਿਡੀਜ਼ ਨੇ ਉਹ ਪਲੱਸ ਹੁੰਦੀਆਂ ਨੇ, ਜੋ ਆਪਣੇ ਇਨਡਾਇਰੈਕਟ ਟੈਕਸ ਨੇ ਉਹ ਆਪਣੇ ਕੀ ਹੁੰਦੇ ਨੇ, ਮਾਈਨਸ ਹੁੰਦੇ ਨੇ। ਤਾਂ ਆਪਣਾ ਸਾਰਾ ਪਲੱਸ ਮਾਈਨਸ ਕਰਕੇ ਕਿੰਨਾ ਆ ਗਿਆ ਜੀ, 800 ਕਰੋੜ ਆ ਗਿਆ, ਜੋ ਆਪਣੀ ਕੀ ਆ, ਨੈਸ਼ਨਲ ਇਨਕਮ। ਹਾਂਜੀ, ਅੱਗੇ ਦੂਸਰਾ ਮੈਥਡ ਇਨਕਮ ਮੈਥਡ। ਹੁਣ ਇਹਦੇ ਕੰਪੋਨੈਂਟ ਦੇਖੋ, ਪਹਿਲਾ ਹੈਗਾ ਕੰਪਨਸੇਸ਼ਨ ਆਫ EMPLOYE। ਜੋ ਆਪਣਾ ਕੰਪਨਸੇਸ਼ਨ ਆਫ EMPLOYE ਆ, ਇਹਦੇ ਆਪਣੇ ਮੇਨ 4 ਕੰਪੋਨੈਂਟਸ ਨੇ, ਵੇਜਸ ਐਂਡ ਸੈਲਰੀ ਇਨ ਕੈਸ਼, ਪੇਮੈਂਟ ਇਨ ਕਾइंड, EMPLOYERS ਕੰਟਰੀਬਿਊਸ਼ਨ ਟੂ ਸੋਸ਼ਲ ਸਿਕਿਉਰਿਟੀ ਐਂਡ ਅਪਨ ਪੈਨਸ਼ਨ ਔਨ ਰਿਟਾਇਰਮੈਂਟ। ਤਾਂ ਹੁਣ ਦੇਖੋ ਜੇ ਆਪਾਂ ਨੂੰ ਨਿਊਮੈਰੀਕਲ ਦੇ ਵਿੱਚ ਕੰਪਨਸੇਸ਼ਨ ਆਫ EMPLOYEES ਗਿਵਨ ਆ, ਜੇ ਆਪਾਂ ਨੂੰ ਇਹਨਾਂ ਚਾਰੋਂ ਕੰਪੋਨੈਂਟ ਦੇ ਵਿੱਚ ਕੋਈ ਇੱਕ ਜਾਂ ਦੋ ਕੰਪੋਨੈਂਟ ਗਿਵਨ ਹੈਗੇ ਨੇ ਫਿਰ ਉਹ ਆਪਣੇ ਕੰਸੀਡਰ ਨਹੀਂ ਹੋਣੇ ਹੈਗੇ, ਕਿਉਂਕਿ ਜੋ ਆਪਣਾ ਕੰਪਨਸੇਸ਼ਨ ਆਫ EMPLOYEES ਹੈ ਇਹਨਾਂ ਚਾਰਾਂ ਨੂੰ ਮਿਲਾ ਕੇ ਕੀ ਆ ਬਣਦਾ। ਜੇ ਆਪਾਂ ਨੂੰ ਨਿਊਮੈਰੀਕਲ ਦੇ ਵਿੱਚ ਇਹੀ ਗਿਵਨ ਦੇਤਾ ਫਿਰ ਆਪਾਂ ਨੂੰ ਇਹ ਕਨਸੈਪਟ ਦੇਖਣ ਦੀ ਜ਼ਰੂਰਤ ਨਹੀਂ ਹੈਗੀ। ਜੇ ਕੰਪਨਸੇਸ਼ਨ ਆਫ EMPLOYEES ਗਿਵਨ ਨਹੀਂ ਹੈਗਾ ਤਾਂ ਜਿਹੜੇ ਆਪਣੇ ਚਾਰੋਂ ਕੰਪੋਨੈਂਟਸ ਨੇ ਫਿਰ ਉਹ ਕੀ ਹੋਣਗੇ, ਆਪਾਂ ਐਡ ਕਰਾਂਗੇ। ਉਸ ਤੋਂ ਬਾਅਦ ਆ ਗਿਆ ਆਪਰੇਟਿੰਗ ਸਰਪਲਸ। ਇਹਦੇ ਮੇਨ ਕੰਪੋਨੈਂਟ ਕੀ ਨੇ, ਰੈਂਟ, ਇੰਟਰਸਟ, ਪ੍ਰੋਫਿਟ ਤੇ ਰਾਇਲਟੀ। ਇਸ ਤਰ੍ਹਾਂ ਹੀ ਜੇ ਆਪਾਂ ਨੂੰ ਆਪਰੇਟਿੰਗ ਸਰਪਲਸ ਗਿਵਨ ਹੈ ਨਿਊਮੈਰੀਕਲ ਦੇ ਵਿੱਚ ਤਾਂ ਮਤਲਬ ਉਹਦੇ ਵਿੱਚ ਰੈਂਟ, ਇੰਟਰਸਟ, ਪ੍ਰੋਫਿਟ ਜੋ ਆਪਣੀ ਰਾਇਲਟੀ ਕੀ ਆ, ਐਡ ਹੋਈ ਹੋਈ ਆ। ਜੇ ਆਪਰੇਟਿੰਗ ਸਰਪਲਸ ਗਿਵਨ ਨਹੀਂ ਹੈਗਾ ਫਿਰ ਰੈਂਟ ਵੀ ਐਡ ਕਰਾਂਗੇ ਆਪਾਂ, ਇੰਟਰਸਟ ਵੀ, ਪ੍ਰੋਫਿਟ ਵੀ ਐਂਡ ਰਾਇਲਟੀ ਵੀ। ਅੱਗੇ ਪ੍ਰੋਫਿਟ ਦੇ ਵੀ 3 ਕੰਪੋਨੈਂਟ ਹੁੰਦੇ ਨੇ, ਡਿविडेंड्स,
ਕਾਰਪੋਰੇਟ ਟੈਕਸ ਜਾਂ ਕਾਰਪੋਰੇਸ਼ਨ ਪ੍ਰੋਫਿਟ ਟੈਕਸ ਐਂਡ ਅਨਡਿਸਟ੍ਰੀਬਿਊਟਡ ਪ੍ਰੋਫਿਟ। ਮੰਨ ਲਓ ਆਪਰੇਟਿੰਗ ਸਰਪਲਸ ਗਿਵਨ ਨਹੀਂ ਹੈਗਾ, ਰੈਂਟ, ਇੰਟਰਸਟ, ਰਾਇਲਟੀ ਗਿਵਨ ਆ, ਤਿੰਨੋਂ ਐਡ ਹੋਣਗੇ। ਪ੍ਰੋਫਿਟ ਦੀ ਜਗ੍ਹਾ ਤੇ ਆਪਾਂ ਨੂੰ ਪ੍ਰੋਫਿਟ ਆਪਾਂ ਨੂੰ ਗਿਵਨ ਨਹੀਂ ਹੈਗਾ, ਪ੍ਰੋਫਿਟ ਦੀ ਪਲੇਸ ਦੇ ਉੱਪਰ ਆਪਾਂ ਨੂੰ ਕੀ ਗਿਵਨ ਆ, ਡਿਵੀਡੈਂਡਸ, ਕਾਰਪੋਰੇਟ ਟੈਕਸ, ਅਨਡਿਸਟ੍ਰੀਬਿਊਟਡ ਪ੍ਰੋਫਿਟ। ਜੇ ਆਪਾਂ ਨੂੰ ਪ੍ਰੋਫਿਟ ਗਿਵਨ ਨਹੀਂ ਹੈਗਾ ਫਿਰ ਆਪਣੇ ਤਿੰਨੋਂ ਕੰਪੋਨੈਂਟ ਕੀ ਹੋਣਗੇ, ਐਡ ਹੋਣਗੇ ਜੀ। ਉਸ ਤੋਂ ਬਾਅਦ ਹੈਗਾ ਜੀ ਮਿਕਸਡ ਇਨਕਮ। ਜੇ ਆਪਣੇ ਜਿਹੜੇ ਤਿੰਨੋਂ ਕੰਪੋਨੈਂਟ ਨੇ ਮੇਨ ਇਹਨਾਂ ਨੂੰ ਆਪਾਂ ਐਡ ਅਪ ਕਰ ਦਈਏ ਤਾਂ ਜਿਹੜੀ ਆਪਣੇ ਕੋਲ ਵੈਲਿਊ ਆਊਗੀ ਉਹ ਆਊਗੀ NDPFC, ਜਿਸ ਨੂੰ ਆਪਾਂ ਕੀ ਕਹਿੰਦੇ ਆ, ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ। ਇਸ ਨੂੰ ਆਪਾਂ ਹੋਰ ਕੀ ਕਹਿੰਦੇ ਆ, ਡੋਮੈਸਟਿਕ ਇਨਕਮ ਵੀ ਕਹਿੰਦੇ ਆ ਜੀ। ਜੋ ਆਪਣੀ NDPFC ਇਸ ਨੂੰ ਆਪਾਂ ਹੋਰ ਕੀ ਕਹਿੰਦੇ ਆ, ਡੋਮੈਸਟਿਕ ਇਨਕਮ ਕਿਹਾ ਜਾਂਦਾ। ਹੁਣ ਇਹਦੇ ਥਰੂ ਆਪਾਂ ਨੈਸ਼ਨਲ ਇਨਕਮ ਕੈਲਕੂਲੇਟ ਕਰਨੀ ਆ। ਕਿਵੇਂ ਕੈਲਕੂਲੇਟ ਕਰਾਂਗੇ, ਜੋ ਆਪਣੀ NNPFC ਆ, NNPFC। ਤਾਂ ਹੁਣ ਦੇਖੋ ਕੰਪਨਸੇਸ਼ਨ ਆਫ EMPLOYEES ਗਿਵਨ ਆਪਾਂ ਨੂੰ ਕਰੋੜ ਦੇ ਵਿੱਚ ਵੈਲਿਊਸ ਲਿਖੇ ਹੋਏ ਨੇ ਜੀ, ਇੱਥੇ ਆਪਣੇ ਕੋਲੇ 1300। ਤਾਂ ਹੁਣ ਦੇਖੋ ਜਿਹੜਾ ਕੰਪਨਸੇਸ਼ਨ ਆਫ EMPLOYEE ਆ ਮਤਲਬ ਆਪਾਂ ਨੂੰ ਆਹ ਕਨਸੈਪਟ ਗਿਵਨ ਆ। ਜੇ ਆਪਾਂ ਨੂੰ ਵੇਜਸ ਐਂਡ ਸੈਲਰੀ ਗਿਵਨ ਹੋਵੇ, ਪੇਮੈਂਟ ਇਨ ਕਾਈਂਡ ਹੋਵੇ ਤਾਂ ਦੁਬਾਰਾ ਆਪਾਂ ਨੇ ਐਡ ਅਪ ਨਹੀਂ ਕਰਨੇ, ਕਿਉਂਕਿ ਆਪਾਂ ਨੂੰ ਕੰਪਨਸੇਸ਼ਨ ਆਫ EMPLOYEE ਹੀ ਗਿਵਨ ਦਿੱਤਾ ਹੋਇਆ। ਤਾਂ ਜੋ ਆਪਣਾ 1300 ਆ ਇੱਥੇ ਆਪਾਂ ਇਹਨੂੰ ਕੀ ਆ, ਕੰਸੀਡਰ ਕਰ ਲਿਆ। ਉਸ ਤੋਂ ਬਾਅਦ ਪ੍ਰੋਫਿਟ, ਰੈਂਟ, ਇੰਟਰਸਟ, ਠੀਕ ਹੈ ਜੀ। ਤਿੰਨੋਂ ਕੰਪੋਨੈਂਟ ਕਿਹਦੇ ਨੇ, ਆਪਰੇਟਿੰਗ ਸਰਪਲਸ। ਹੁਣ ਦੇਖੋ ਇੱਥੇ ਡਾਇਰੈਕਟ ਆਪਰੇਟਿੰਗ ਸਰਪਲਸ ਆਪਾਂ ਨਿਊਮੈਰੀਕਲ ਦੇ ਵਿੱਚ ਗਿਵਨ ਨਹੀਂ ਹੈਗਾ, ਫਿਰ ਆਪਾਂ ਰੈਂਟ ਵੀ ਐਡ ਕਰਾਂਗੇ, ਪ੍ਰੋਫਿਟ ਵੀ ਐਡ ਕਰਾਂਗੇ, ਆਪਾਂ ਇੰਟਰਸਟ ਵੀ ਐਡ ਕਰਾਂਗੇ। ਹੁਣ ਮੰਨ ਲਓ ਆਪਾਂ ਨੂੰ ਆਪਰੇਟਿੰਗ ਸਰਪਲਸ ਗਿਵਨ ਹੁੰਦਾ, ਚਾਹੇ ਆਪਾਂ ਨੂੰ ਫਿਰ ਪ੍ਰੋਫਿਟ ਵੀ ਲਿਖਿਆ ਹੁੰਦਾ, ਫਿਰ ਸਿਰਫ ਆਪਾਂ ਨੇ ਆਪਰੇਟਿੰਗ ਸਰਪਲਸ ਹੀ ਕੀ ਕਰਨਾ ਸੀ, ਐਡ ਕਰਨਾ ਸੀ। ਉਸ ਤੋਂ ਬਾਅਦ ਹੁਣ ਦੇਖੋ ਇੱਥੇ ਆਪਾਂ ਨੇ ਪ੍ਰੋਫਿਟ ਦੀ ਵੈਲਿਊ ਕਿੰਨੀ ਹੈ, 800 ਉਹ ਵੀ ਲਿਖ ਲਈ, ਜੋ ਆਪਣਾ ਰੈਂਟ ਆ ਉਸ ਦੀ ਵੈਲਿਊ ਵੀ ਲਿਖ ਲਈ, ਜੋ ਆਪਣਾ ਇੰਟਰਸਟ ਆ ਉਸ ਦੀ ਵੈਲਿਊ ਵੀ ਲਿਖ ਲਈ। ਹੁਣ ਦੇਖੋ ਪ੍ਰੋਫਿਟ ਵੀ ਗਿਵਨ ਆ ਤੇ ਆਪਾਂ ਨੂੰ ਕਾਰਪੋਰੇਸ਼ਨ ਟੈਕਸ ਵੀ ਗਿਵਨ ਆ, ਠੀਕ ਆ ਜੀ। ਜੋ ਆਪਾਂ ਨੇ ਕਿਹਦਾ ਕੰਪੋਨੈਂਟ ਆ, ਉਹ ਪ੍ਰੋਫਿਟ ਦਾ, ਕਾਰਪੋਰੇਸ਼ਨ ਟੈਕਸ। ਹੁਣ ਜੇ ਆਪਾਂ ਨੂੰ ਪ੍ਰੋਫਿਟ ਗਿਵਨ ਆ ਤਾਂ ਪ੍ਰੋਫਿਟ ਦੇ ਵਿੱਚ ਆਪਣੇ ਤਿੰਨੋਂ ਕਨਸੈਪਟ ਕੀ ਨੇ, ਇਨਕਲੂਡ ਨੇ। ਤਾਂ ਦੁਬਾਰੇ ਆਪਾਂ ਕਾਰਪੋਰੇਸ਼ਨ ਟੈਕਸ ਨੂੰ ਇਨਕਲੂਡ ਨਹੀਂ ਕਰਨਾ ਹੈਗਾ। ਜੇ ਇੱਥੇ ਪ੍ਰੋਫਿਟ ਗਿਵਨ ਨਾ ਹੁੰਦਾ ਤਾਂ ਜਿਹੜਾ ਆਪਣਾ ਕਾਰਪੋਰੇਸ਼ਨ ਟੈਕਸ ਆ, ਡਿਵੀਡੈਂਡ ਹੋ ਗਿਆ, ਅਨਡਿਸਟ੍ਰੀਬਿਊਟਡ ਪ੍ਰੋਫਿਟ ਹੋ ਗਿਆ, ਫਿਰ ਤਿੰਨੋਂ ਕੰਪੋਨੈਂਟ ਆਪਣੇ ਕੀ ਹੋਣੇ ਸੀ, ਐਡ ਹੋਣੇ ਸੀ। ਹੁਣ ਇੱਥੇ ਆਪਾਂ ਨੂੰ ਪ੍ਰੋਫਿਟ ਦਾ ਪ੍ਰੋਫਿਟ ਹੀ ਆਪਾਂ ਕੀ ਕਰਾਂਗੇ, ਐਡ ਕਰਾਂਗੇ। ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਮਿਕਸਡ ਇਨਕਮ ਕਿੰਨੀ ਆ, ਉਹ ਆਪਣੀ ਕਿੰਨੀ ਆ, 1200, ਉਹ ਆਪਾਂ ਨੇ ਕੀ ਕਰ ਦੇਣਾ, ਐਡ ਕਰ ਦੇਣਾ। ਵੈਲਿਊ ਇੱਥੇ ਆਪਣੀਆਂ ਕਰੋੜਸ ਦੇ ਵਿੱਚ ਨੇ। ਉਸ ਤੋਂ ਬਾਅਦ ਹੁਣ ਜਦੋਂ ਆਪਣੇ ਆਹ ਫਾਰਮੂਲਾ ਅਪਲਾਈ ਕਰਦੇ ਇੰਨਾ, ਠੀਕ ਹੈ ਜੀ, ਜੋ ਆਪਣੇ ਇਨਕਮ ਮੈਥਡ ਦੇ ਕੰਪੋਨੈਂਟਸ ਨੇ, ਤਾਂ ਇਹਦੇ ਨਾਲ ਆਪਣੀ ਜੋ ਵੈਲਿਊ ਕੈਲਕੂਲੇਟ ਆ ਕੇ ਮਤਲਬ ਜਿਹੜੀ ਕੈਲਕੂਲੇਟ ਹੋਈ ਆ ਉਹ ਕੀ ਆ, NDPFC, ਜਿਸ ਨੂੰ ਆਪਾਂ ਕੀ ਕਹਿੰਦੇ ਆ, ਡੋਮੈਸਟਿਕ ਇਨਕਮ ਕਹਿੰਦੇ ਆ। ਹੁਣ ਆਪਾਂ ਨੇ ਕੈਲਕੂਲੇਟ ਕੀ ਕਰਨੀ ਆ ਜੀ, ਨੈਸ਼ਨਲ ਇਨਕਮ, NNPFC। ਤਾਂ ਹੁਣ ਦੇਖੋ ਨੈਟ ਕਨਸੈਪਟ ਆ ਉਰੇ ਆਪਾਂ ਨੂੰ, ਨੈਟ ਇੱਧਰ ਵੀ ਨੈਟ ਵੈਲਿਊ ਕੈਲਕੂਲੇਟ ਕਰਨੀ ਆ, ਤਾਂ ਕੋਈ ਡੈਪਰੀਸ਼ੀਏਸ਼ਨ ਐਡ ਵੀ ਨਹੀਂ ਹੋਣੀ, ਨਾ ਹੀ ਮਾਈਨਸ ਹੋਣੀ ਆ। ਉਸ ਤੋਂ ਬਾਅਦ ਆ ਗਿਆ ਆਪਣਾ ਡੋਮੈਸਟਿਕ ਆ। ਡੋਮੈਸਟਿਕ ਤੋਂ ਆਪਾਂ ਨੇ ਕਿਸ ਤੇ ਆਉਣਾ, ਨੈਸ਼ਨਲ ਤੇ। ਤਾਂ ਜਿਹੜੀ ਆਪਣੀ ਨੈਟ ਇਫੈਕਟ ਇਨਕਮ ਫਰੋਮ ਅਬਰੋਡ ਆ ਆਪਾਂ ਪਲੱਸ ਕਰਦੇ ਹੁੰਦੇ ਆ। ਤਾਂ ਹੁਣ ਇੱਥੇ ਬਟ ਆਪਾਂ ਨੂੰ ਮਾਈਨਸ ਦੇ ਵਿੱਚ ਗਿਵਨ ਆ, ਤਾਂ ਹੁਣ ਇੱਥੇ ਆਪਾਂ ਜਿਹਨੂੰ ਫਾਰਮੂਲੇ ਦੇ ਵਿੱਚ ਆਪਾਂ ਲਿਖਦੇ ਆਪਾਂ ਨੇ ਪਲੱਸ ਕਰਕੇ ਉਹਨੂੰ ਇਸ ਤਰੀਕੇ ਨਾਲ ਲਿਖਣਾ ਸੀ, ਆਪਾਂ ਨੇ ਮਾਈਨਸ ਕਰਕੇ। ਤਾਂ ਪਲੱਸ ਮਾਈਨਸ ਕੀ ਹੋ ਜਾਣਾ ਜੀ, ਮਾਈਨਸ ਹੋ ਜਾਣਾ, ਤਾਂ ਆਪਾਂ ਨੇ ਮਾਈਨਸ ਕਰ ਦੇਣਾ। ਉਸ ਤੋਂ ਬਾਅਦ ਇੱਥੇ ਵੀ ਫੈਕਟਰ ਕਾਸਟ ਆਪਣੇ ਕੈਲਕੂਲੇਟ ਵੀ ਫੈਕਟਰ ਕਾਸਟ ਹੀ ਹੁੰਦੀ ਹੈ ਨੈਸ਼ਨਲ ਇਨਕਮ। ਤਾਂ ਇਸ ਕੇਸ ਦੇ ਵਿੱਚ ਆਪਣਾ ਕੋਈ ਇਨਡਾਇਰੈਕਟ ਟੈਕਸ ਜਾਂ ਆਪਣੀ ਸਬਸਿਡੀਜ਼ ਆ ਉਹਦਾ ਟ੍ਰੀਟਮੈਂਟ ਨਹੀਂ ਹੋਊਗਾ। ਤਾਂ ਜਦੋਂ ਆਪਣੇ ਆ ਫਾਰਮੂਲਾ ਲਗਾ ਲਿਆ, ਜੋ ਆਪਣੇ ਹੋਰ ਕੰਪੋਨੈਂਟ ਸੀ ਉਹ ਆਪਣੇ ਐਡਜਸਟ ਕਰ ਲਏ, ਤਾਂ ਜੋ ਆਪਾਂ ਨੂੰ ਪਲੱਸ ਮਾਈਨਸ ਕਰਕੇ ਜੋ ਆਪਣੇ ਕੋਲ ਵੈਲਿਊ ਆਈ ਆ ਨੈਸ਼ਨਲ ਇਨਕਮ ਆ, ਠੀਕ ਆ ਜੀ। ਤਾਂ ਹੁਣ ਇਹ ਆਪਣਾ ਮੇਨ ਕਨਸੈਪਟ ਸੀ ਜੋ ਆਪਣਾ ਇਨਕਮ ਮੈਥਡ ਆ। ਇਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਐਕਸਪੈਂਡੀਚਰ ਮੈਥਡ। ਹਾਂਜੀ, ਤੀਸਰਾ ਮੈਥਡ ਦੇਖੋ ਐਕਸਪੈਂਡੀਚਰ ਮੈਥਡ। ਇਹਦੇ ਕੰਪੋਨੈਂਟ ਕੀ ਨੇ, ਪਹਿਲਾ ਪ੍ਰਾਈਵੇਟ ਫੈਨਰਲ ਕੰਜ਼ੰਪਸ਼ਨ ਐਕਸਪੈਂਡੀਚਰ, ਦੂਸਰਾ ਗਵਰਨਮੈਂਟ ਫੈਨਰਲ ਕੰਜ਼ੰਪਸ਼ਨ ਐਕਸਪੈਂਡੀਚਰ, ਤੀਸਰਾ ਇਨਵੈਸਟਮੈਂਟ। ਇਹ ਇੰਪੋਰਟੈਂਟ ਹੈ ਜੀ। ਇਨਵੈਸਟਮੈਂਟ ਦੋ ਤਰ੍ਹਾਂ ਦੀ ਹੁੰਦੀ ਆ, ਫਿਕਸਡ ਤੇ ਇਨਵੈਂਟਰੀ ਇਨਵੈਸਟਮੈਂਟ। ਫਿਕਸਡ ਇਨਵੈਸਟਮੈਂਟ ਦੇ ਵਿੱਚ ਕੀ ਆਉਂਦਾ, ਜੋ ਬਿਜ਼ਨਸ ਨੇ ਫਿਕਸਡ ਇਨਵੈਸਟਮੈਂਟ ਕਰੀ ਆ ਬਾਈ ਦੀ ਹਾਊਸ ਹੋਲਡ ਇਨ ਟਰਮ ਆਫ ਕੰਸਟਰਕਸ਼ਨ ਆਫ ਹਾਊਸਸ, ਤੀਸਰਾ ਬਾਈ ਦੀ ਗਵਰਨਮੈਂਟ, ਜੋ ਆਪਣੇ ਰੋਡ ਵਗੈਰਾ ਬਣਾਏ ਜਾਂਦੇ ਨੇ। ਇਹ ਤਿੰਨਾਂ ਜੋ ਆਪਣੀ ਫਿਕਸਡ ਇਨਵੈਸਟਮੈਂਟ ਨੂੰ ਆਪਾਂ ਐਡ ਅਪ ਕਰ ਦਈਏ ਤਾਂ ਜੋ ਆਪਣੇ ਕੋਲ ਜੋ ਵੈਲਿਊ ਆਊਗੀ ਉਹ ਆਊਗੀ ਗ੍ਰੋਸ ਡੋਮੈਸਟਿਕ ਫਿਕਸਡ ਕੈਪੀਟਲ ਫਾਰਮੇਸ਼ਨ। ਗ੍ਰੋਸ ਡੋਮੈਸਟਿਕ ਫਿਕਸਡ ਕੈਪੀਟਲ ਫਾਰਮੇਸ਼ਨ ਇਹ ਕਿਹਦਾ ਟੋਟਲ ਆ, ਜਿੰਨੀ ਵੀ ਆਪਣੀ ਫਿਕਸਡ ਇਨਵੈਸਟਮੈਂਟ ਹੋਈ ਆ। ਜੋ ਆਪਣੀ ਇਨਵੈਂਟਰੀ ਇਨਵੈਸਟਮੈਂਟ ਆ ਉਹ ਹੁੰਦੀ ਹੈ ਚੇਂਜ ਇਨ ਸਟਾਕ, ਜੋ ਆਪਾਂ ਕਿਵੇਂ ਕੈਲਕੂਲੇਟ ਕਰਦੇ ਆ, ਕਲੋਜ਼ਿੰਗ ਸਟਾਕ ਮਾਈਨਸ ਓਪਨਿੰਗ ਸਟਾਕ। ਜਦੋਂ ਆਪਾਂ ਫਿਕਸਡ ਇਨਵੈਸਟਮੈਂਟ ਦੇ ਵਿੱਚ ਜਿਹੜੀ ਇਨਵੈਂਟਰੀ ਇਨਵੈਸਟਮੈਂਟ ਉਹ ਆਪਾਂ ਐਡ ਕਰ ਦਈਏ ਜੋ ਆਪਣਾ ਚੇਂਜ ਇਨ ਸਟਾਕ ਆ, ਠੀਕ ਆ ਜੀ। ਫਿਕਸਡ ਇਨਵੈਸਟਮੈਂਟ ਦੇ ਵਿੱਚ ਜੋ ਆਪਣੀ ਚੇਂਜ ਇਨ ਸਟਾਕ ਐਡ ਹੋ ਜਾਊਗਾ ਤਾਂ ਆਪਣੇ ਕੋਲ ਵੈਲਿਊ ਕਿਹੜੀ ਆਊਗੀ ਜੀ, ਗ੍ਰੋਸ ਡੋਮੈਸਟਿਕ
ਕੈਪੀਟਲ ਫਾਰਮੇਸ਼ਨ। ਸ਼ਾਰਟ ਦੇ ਵਿੱਚ ਲਿਖਿਆ ਜੀ ਆਪਾਂ ਨੇ ਗ੍ਰੋਸ ਡੋਮੈਸਟਿਕ ਕੈਪੀਟਲ ਫਾਰਮੇਸ਼ਨ। ਆਪਾਂ ਨੇ ਨਿਊਮੈਰੀਕਲ ਦੇ ਵਿੱਚ ਇਹ ਕੰਸੀਡਰ ਕਰਨੀ ਆ ਗ੍ਰੋਸ ਡੋਮੈਸਟਿਕ ਕੈਪੀਟਲ ਫਾਰਮੇਸ਼ਨ। ਜੇ ਆਪਾਂ ਨੂੰ ਗ੍ਰੋਸ ਡੋਮੈਸਟਿਕ ਫਿਕਸਡ ਕੈਪੀਟਲ ਫਾਰਮੇਸ਼ਨ ਗਿਵਨ ਆ ਤਾਂ ਚੇਂਜ ਇਨ ਸਟਾਕ ਆਪਾਂ ਐਡ ਕਰਾਂਗੇ। ਜੇ ਗ੍ਰੋਸ ਡੋਮੈਸਟਿਕ ਕੈਪੀਟਲ ਫਾਰਮੇਸ਼ਨ ਦਾ ਮਤਲਬ ਟੋਟਲ ਇਨਵੈਸਟਮੈਂਟ ਦਿੱਤੀ ਹੋਈ ਆ, ਜੇ ਆਪਾਂ ਨੂੰ ਲੱਗ ਤੋਂ ਚੇਂਜ ਇਨ ਸਟਾਕ ਦਿੱਤਾ ਹੋਇਆ ਤਾਂ ਆਪਾਂ ਦੁਬਾਰੇ ਐਡ ਨਹੀਂ ਕਰਾਂਗੇ। ਉਸ ਤੋਂ ਬਾਅਦ ਹੈਗਾ ਜੀ ਨੈਟ ਐਕਸਪੋਰਟਸ। ਇਹ ਆਪਣੇ ਚਾਰੋਂ ਕੰਪੋਨੈਂਟ ਨੇ ਜਿਹਨੂੰ ਆਪਾਂ ਮਿਲਾ ਦਈਏ, ਪਹਿਲਾ, ਦੂਸਰਾ, ਤੀਸਰਾ ਤੇ ਜਿਹੜਾ ਆਪਣਾ ਫੋਰਥ ਆ, ਤਿੰਨਾਂ ਨੂੰ ਐਡ ਆਪਾਂ ਕਰ ਦਈਏ ਤਾਂ ਜਿਹੜੀ ਆਪਣੇ ਕੋਲ ਵੈਲਿਊ ਆਊਗੀ ਉਹ GDP ਐਟ ਮਾਰਕੀਟ ਪ੍ਰਾਈਸ ਆਊਗੀ। ਤਾਂ ਹੁਣ ਇਹ ਧਿਆਨ ਰੱਖਣਾ, ਕਈ ਵਾਰ ਨੈਟ ਐਕਸਪੋਰਟਸ ਦੀ ਜਗ੍ਹਾ ਤੇ ਨੈਟ ਇੰਪੋਰਟਸ ਦਿੱਤੇ ਹੁੰਦੇ ਨੇ ਤਾਂ ਤਿੰਨੋਂ ਕੰਪੋਨੈਂਟ ਐਡ ਹੋਣਗੇ, ਉਹਦੇ ਵਿੱਚ ਆਪਾਂ ਨੈਟ ਇੰਪੋਰਟਸ ਨੂੰ ਕੀ ਕਰ ਦੇਣਾ ਵਾ, ਮਾਈਨਸ ਕਰ ਦੇਣਾ, ਤਾਂ ਜਿਹੜੀ ਆਪਣੀ ਵੈਲਿਊ ਕਿਹੜੀ ਆਊਗੀ, GDP ਮਾਰਕੀਟ ਪ੍ਰਾਈਸ ਆਊ। ਤਾਂ ਹੁਣ ਦੇਖ ਕੇ ਨਾ ਆਪਾਂ ਇਹਦੇ ਥਰੂ ਆਪਾਂ ਨਿਊਮੈਰੀਕਲ ਕਰਦੇ ਆ। ਆਪਾਂ ਨੇ ਨੈਸ਼ਨਲ ਇਨਕਮ ਕੈਲਕੂਲੇਟ ਕਰਨੀ ਹੈ NNPFC, ਠੀਕ ਹੈ ਜੀ, ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ। ਪਹਿਲਾ ਕੰਪੋਨੈਂਟ ਦਿੱਤਾ ਹੋਇਆ ਨਿਊਮੈਰੀਕਲ ਚ ਗਵਰਨਮੈਂਟ ਫਾਈਨਲ ਕੰਜ਼ੰਪਸ਼ਨ ਐਕਸਪੈਂਡੀਚਰ, ਉਹ ਆਪਣਾ ਮੇਨ ਪਾਰਟ ਹੈਗਾ ਜੀ, ਹੈਗਾ 100 ਕੰਸੀਡਰ ਕਰ ਲਿਆ। ਦੂਸਰਾ ਪ੍ਰਾਈਵੇਟ ਫਾਈਨਲ ਕੰਜ਼ੰਪਸ਼ਨ ਐਕਸਪੈਂਡੀਚਰ ਕਿੰਨਾ ਆਪਣੇ ਕੋਲੇ 500, ਵੈਲਿਊਜ਼ ਆਪਣੇ ਕੋਲ ਰਾਜੇ ਹਾਂਜੀ ਕਰੋੜ ਦੇ ਵਿੱਚ ਨੇ। ਤੇ ਉਸ ਤੋਂ ਬਾਅਦ ਆ ਗਿਆ ਤੀਸਰਾ, ਹੁਣ ਦੇਖੋ ਇੱਥੇ ਆਪਾਂ ਨੂੰ ਲਿਖਿਆ ਹੋਇਆ ਸ਼ਾਰਟ ਦੇ ਵਿੱਚ ਲਿਖਿਆ ਹੋਇਆ ਆਪਾਂ ਨੇ ਗ੍ਰੋਸ ਡੋਮੈਸਟਿਕ ਫਿਕਸਡ ਕੈਪੀਟਲ ਫਾਰਮੇਸ਼ਨ, ਮਤਲਬ ਕਹਿੰਦਾ ਉਹਨਾਂ ਨੇ ਸਿਰਫ ਫਿਕਸ ਇਨਵੈਸਟਮੈਂਟ ਦੀ ਗੱਲ ਕਰੀ ਹੋਈ ਹੈ ਨਿਊਮੈਰੀਕਲ ਦੇ ਵਿੱਚ। ਤਾਂ ਆਪਾਂ ਨੇ ਉਹ ਕਿੰਨਾ ਲਿਖ ਲਿਆ ਜੀ, 200 ਲਿਖ ਲਿਆ। ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਹੈਗਾ ਜੀ ਚੇਂਜ ਇਨ ਸਟਾਕ, ਉਹ ਕਿੰਨਾ ਹੈਗਾ ਆਪਣੇ ਕੋਲੇ 50 ਦਾ, ਤਾਂ ਆਪਾਂ ਚੇਂਜ ਇਨ ਸਟਾਕ ਕੀ ਕਰਿਆ ਵਾ, ਐਡ ਕਰਿਆ। ਤਾਂ ਜਿਹੜੀ ਆਪਣੀਆਂ ਟੋਟਲ ਇਨਵੈਸਟਮੈਂਟ ਹੋਗੀ ਜਿਸ ਨੂੰ ਆਪਾਂ ਕੀ ਕਹਿੰਦੇ ਆ, ਗ੍ਰੋਸ ਡੋਮੈਸਟਿਕ ਕੈਪੀਟਲ ਫਾਰਮੇਸ਼ਨ। ਜੇ ਆਪਾਂ ਨੂੰ ਇੱਥੇ ਗ੍ਰੋਸ ਡੋਮੈਸਟਿਕ ਕੈਪੀਟਲ ਫਾਰਮੇਸ਼ਨ ਗਿਵਨ ਹੁੰਦਾ ਤਾਂ ਦੁਬਾਰਾ ਤੋਂ ਚੇਂਜ ਇਨ ਸਟਾਕ ਆਪਣੇ ਐਡ ਨਹੀਂ ਕਰਨਾ ਸੀ ਕਿਉਂਕਿ ਉਹ ਟੋਟਲ ਇਨਵੈਸਟਮੈਂਟ ਸੀ। ਬਟ ਉਰੇ ਆਪਾਂ ਨੂੰ ਫਿਕਸਡ ਕੈਪੀਟਲ ਜੋ ਆਪਣੀ ਫਿਕਸ ਇਨਵੈਸਟਮੈਂਟ ਦਿੱਤੀ ਹੋਈ ਆ, ਤਾਂ ਇਸ ਕਰਕੇ ਆਪਾਂ ਨੇ ਚੇਂਜ ਇਨ ਸਟਾਕ ਕੀ ਕੀਤਾ, ਐਡ ਕਰਿਆ ਆਪਾਂ ਨੇ ਉਹ, ਤਾਂ ਹੀ ਆਪਣੇ ਕੋਲ ਜਿਹੜੀ ਵੈਲਿਊ ਆਈ ਆ ਉਹ ਕਿਹੜੀ ਆਈ ਆ, ਗ੍ਰੋਸ ਡੋਮੈਸਟਿਕ ਕੈਪੀਟਲ ਫਾਰਮੇਸ਼ਨ। ਉਸ ਤੋਂ ਬਾਅਦ ਆ ਗਿਆ ਜੀ ਨੈਟ ਇੰਪੋਰਟਸ। ਜੇ ਨੈਟ ਐਕਸਪੋਰਟਸ ਲਿਖਿਆ ਹੁੰਦਾ ਤਾਂ ਆਪਾਂ ਨੇ ਐਡ ਕਰਨਾ ਸੀ, ਬਟ ਉਹਦੇ ਆਪਾਂ ਨੂੰ ਨੈਟ ਇੰਪੋਰਟਸ ਲਿਖਿਆ ਹੋਇਆ ਤਾਂ ਆਪਾਂ ਕੀ ਕਰ ਰਹੇ ਹਾਂ, ਮਾਈਨਸ ਕਰ ਰਹੇ ਹਾਂ। ਤਾਂ ਆਪਣਾ ਆਹ ਫਾਰਮੂਲਾ ਕੀ ਹੈ, ਕੰਪਲੀਟ ਹੋ ਗਿਆ ਇੱਥੇ ਤੱਕ, ਜੋ ਕਿਹੜਾ ਵਾ ਆਪਣਾ ਐਕਸਪੈਂਡੀਚਰ ਮੈਥਡ। ਤਾਂ ਜਿਹੜੀ ਆਪਣੇ ਕੋਲ ਵੈਲਿਊ ਕਿਹੜੀ ਆ ਗਈ, ਉਹ GDP ਮਾਰਕੀਟ ਪ੍ਰਾਈਸ। ਬਟ ਆਪਾਂ ਨੇ ਕੈਲਕੂਲੇਟ ਕੀ ਕਰਨਾ ਵਾ, ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ। ਹੁਣ ਆਪਾਂ ਨੇ ਗ੍ਰੋਸ ਤੋਂ ਕਿਤੇ ਜਾਣਾ ਵਾ ਜੀ, ਨੈਟ ਤੇ, ਤਾਂ ਡੈਪਰੀਸੀਏਸ਼ਨ ਮਾਈਨਸ ਕਰਾਂਗੇ। 70 ਆਪਾਂ ਨੇ ਕੀ ਕਰਤੀ ਜੀ, ਮਾਈਨਸ ਕਰਤੀ। ਕਈ ਵਾਰ ਆਪਾਂ ਨੂੰ ਡੈਪਰੀਸੀਏਸ਼ਨ ਦੀ ਜਗ੍ਹਾ ਤੇ ਕੀ ਲਿਖਿਆ ਹੁੰਦਾ, ਕੰਜ਼ੰਪਸ਼ਨ ਆਫ ਫਿਕਸਡ ਕੈਪੀਟਲ, ਉਹਦਾ ਮਤਲਬ ਵੀ ਕੀ ਆ, ਡੈਪਰੀਸੀਏਸ਼ਨ ਹੀ ਆ, ਉਹ ਆਪਾਂ ਨੇ ਕੀ ਕਰਤੀ, ਮਾਈਨਸ। ਉਸ ਤੋਂ ਬਾਅਦ ਆਪਾਂ ਨੇ ਅੱਗੇ ਐਡ ਕਰਨਾ ਵਾ, ਆਪਾਂ ਨੇ ਡੋਮੈਸਟਿਕ ਤੋਂ ਕਿਤੇ ਜਾਣਾ ਵਾ ਨੈਸ਼ਨਲ ਤੇ, ਤਾਂ ਨੈਟ ਫੈਕਟ ਇਨਕਮ ਫਰੋਮ ਅਬਰੋਡ ਆਪਾਂ ਪਲੱਸ ਕਰਾਂਗੇ, ਉਹ 10 ਆਪਾਂ ਨੇ ਕੀ ਕਰਤਾ, ਪਲੱਸ ਕਰਤਾ। ਜੇ ਲਿਖਿਆ ਹੁੰਦਾ ਨੈਟ ਫੈਕਟ ਇਨਕਮ ਟੂ ਅਬਰੋਡ ਤਾਂ ਆਪਾਂ ਨੂੰ 10 ਮੰਨ ਲਓ ਨੈਟ ਫੈਕਟ ਇਨਕਮ ਟੂ ਅਬਰੋਡ ਲਿਖਿਆ ਹੁੰਦਾ ਤਾਂ ਆਪਣੇ 10 ਕੀ ਕਰਨਾ ਸੀ, ਮਾਈਨਸ। ਬਟ ਉਹਦੇ ਆਪਾਂ ਨੂੰ ਲਿਖਿਆ ਕੀ ਹੋਇਆ, ਨੈਟ ਫੈਕਟ ਇਨਕਮ ਫਰੋਮ ਅਬਰੋਡ, ਤਾਂ ਆਪਾਂ ਨੇ ਉਹ ਕੀ ਕੀਤਾ ਜੀ, ਐਡ ਕਰਿਆ। ਉਸ ਤੋਂ ਬਾਅਦ ਆਪਾਂ ਨੇ ਮਾਰਕੀਟ ਪ੍ਰਾਈਸ ਤੋਂ ਕਿਤੇ ਜਾਣਾ ਜੀ, ਫੈਕਟਰ ਕਾਸਟ ਤੇ। ਇੱਥੇ ਆਪਾਂ ਨੂੰ ਦਿੱਤਾ ਹੋਇਆ ਨੈਟ ਇਨਡਾਇਰੈਕਟ ਟੈਕਸ। ਜਦੋਂ ਆਪਾਂ ਮਾਰਕੀਟ ਪ੍ਰਾਈਸ ਤੋਂ ਫੈਕਟਰ ਕਾਸਟ ਤੇ ਜਾਂਦੇ ਆ ਤਾਂ ਨੈਟ ਇਨਡਾਇਰੈਕਟ ਟੈਕਸ ਆਪਣੇ ਕੀ ਹੁੰਦੇ ਨੇ ਜੀ, ਮਾਈਨਸ ਹੁੰਦੇ ਨੇ। ਆਪਾਂ ਨੇ ਜਿਹੜਾ ਮਾਈਨਸ ਕਰਤਾ 120, ਤਾਂ ਜਿਹੜਾ ਆਪਣਾ ਸਾਰਾ ਪਲੱਸ ਮਾਈਨਸ ਕਰਕੇ ਜੋ ਵੈਲਿਊ ਆ ਗਈ 600, ਜਿਹੜਾ ਆਪਣਾ 330 ਕਰੋੜ ਵੈਲਿਊ ਹੈ ਕੀ ਆਪਣੀ ਨੈਸ਼ਨਲ ਇਨਕਮ ਆ। ਹੁਣ ਧਿਆਨ ਰੱਖਣਾ ਇੱਥੇ ਆਪਾਂ ਨੂੰ ਨੈਟ ਇਨਡਾਇਰੈਕਟ ਟੈਕਸ ਦਿੱਤਾ ਹੋਇਆ, ਇਹ ਕੈਲਕੂਲੇਟ ਕਿਵੇਂ ਹੁੰਦਾ ਜੀ, ਇਨਡਾਇਰੈਕਟ ਟੈਕਸ ਮਾਈਨਸ ਸਬਸਿਡੀਜ਼। ਹੁਣ ਮੰਨ ਲਓ ਇੱਥੇ ਆਪਾਂ ਨੂੰ ਮਤਲਬ ਲੱਗ ਤੋਂ ਸਬਸਿਡੀਜ਼ ਗਿਵਨ ਹੁੰਦੀ ਨਿਊਮੈਰੀਕਲ ਦੇ ਵਿੱਚ, ਜਦ ਆਪਾਂ ਨੂੰ ਨੈਟ ਇਨਡਾਇਰੈਕਟ ਟੈਕਸ ਹੀ ਦੇਤਾ ਤਾਂ ਮਤਲਬ ਇਹਦੇ ਵਿੱਚ ਕੀ ਆ, ਨੈਟ ਇਨਡਾਇਰੈਕਟ ਟੈਕਸ ਦੇ ਵਿੱਚੋਂ ਸਬਸਿਡੀ ਪਹਿਲਾਂ ਹੀ ਮਾਈਨਸ ਹੋਈ ਆ, ਤਾਂ ਦੁਬਾਰੇ ਆਪਾਂ ਜੋ ਸਬਸਿਡੀਜ਼ ਲੱਗ ਤੋਂ ਗਿਵਨ ਆ ਉਹਦਾ ਟ੍ਰੀਟਮੈਂਟ ਨਹੀਂ ਕਰਾਂਗੇ। ਤਾਂ ਇੱਥੇ ਆਪਾਂ ਨੇ ਨੈਟ ਇਨਡਾਇਰੈਕਟ ਟੈਕਸ ਕੀ ਆ, ਮਾਈਨਸ ਕਰੇ ਨੇ, ਕਿਉਂਕਿ ਆਪਾਂ ਨੇ ਮਾਰਕੀਟ ਪ੍ਰਾਈਸ ਤੋਂ ਕਿਤੇ ਜਾਣਾ ਸੀ ਫੈਕਟਰ ਕਾਸਟ ਤੇ। ਠੀਕ ਆ ਜੀ, ਇਹ ਕਨਸੈਪਟ ਸੀ। ਤਾਂ ਇਹਦੇ ਆਪਾਂ ਸਾਰਾ ਫਾਰਮੂਲਾ ਲਗਾਇਆ ਤਾਂ ਆਪਣੇ ਕੋਲ ਕੀ ਆ ਗਈ, ਨੈਸ਼ਨਲ ਇਨਕਮ ਆ ਗਈ। ਤਾਂ ਆਪਣਾ ਜਿਹੜਾ 630 ਕਰੋੜ ਜਿਹੜਾ ਆਪਣਾ ਕੀ ਆ ਗਿਆ, ਇਹ ਆਪਣੇ ਕੋਲ ਨੈਸ਼ਨਲ ਇਨਕਮ ਆ ਗਈ। ਤਾਂ ਇਹ ਆਪਾਂ ਨੇ ਤਿੰਨੋਂ ਮੈਥਡ ਸੀ। ਉਮੀਦ ਕਰਦੇ ਹਾਂ ਜੀ ਕਲੀਅਰ ਹੋ ਗਏ ਹੋਣਗੇ। ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ। ਥੈਂਕ ਯੂ।